ਅੱਜ ਚੰਦ ਨਹੀਂ ਚੜ੍ਹਿਆ, ਪਰ ਚੰਦਾ ਸੁੰਦਰਤਾ ਮੇਰੀ ਤੇਰੀ ਦਾ ਮਥਾਜ ਨਹੀਂ। ਸੁੰਦਰਤਾ ਇੱਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ ਅਤੇ ਕਦੇ ਵਹਿੰਦੇ ਪਾਣੀਆਂ ਵਿੱਚੋਂ ਝਾਕੇ ਦਿੰਦੀ ਹੈ। ਕਦੇ ਪਹਾੜਾਂ ਵਿੱਚੋਂ ਉਮਲ ਪੈਂਦੀ ਹੈ, ਕਦੇ ਬਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣੀ ਗੜਗੱਜ ਵਿੱਚੋਂ ਲਿਸ਼ਕਾਰਾ ਮਾਰ ਜਾਂਦੀ ਹੈ, ਕਦੇ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੇ ਦੀਆਂ ਨਾਲੀਆਂ ਅਤੇ ਸਾਜ਼ਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪੈਂਦੀ ਹੈ, ਕਦੇ ਮੈਦਾਨੇ ਜੰਗ ਦੇ ਗੋਲਿਆਂ ਵਿੱਚੋਂ ਕੂਕ ਦੇ ਜਾਂਦੀ ਹੈ, ਕਦੇ ਸੰਗਮਰਮਰ ਕਦੇ ਇੱਟ ਚੂਨੇ ਕਾਠ ਲੋਹੇ ਵਿੱਚੋਂ ਪ੍ਰਗਟਦੀ ਹੈ, ਕਦੇ ਗੱਤੇ ਕਾਗਤ ਰੰਗ ਵਿੱਚੋਂ ਅਤੇ ਕਦੇ ਅੱਖਰ ਵਾਂਗ ਅਤੇ ਭਾਵਾਂ ਵਿੱਚੋਂ ਪਈ ਦਰਸ਼ਨ ਦਿੰਦੀ ਹੈ। ਕਦੇ ਸੁੰਦਰਤੀਆਂ ਦੇ ਨੈਣਾਂ ਵਿੱਚੋਂ ਪਲਕਾਰੇ ਮਾਰਦੀ ਹੈ, ਕਦੀ ਸੋਹਣਿਆਂ ਮਸ਼ਹਿਰਿਆਂ ਅਤੇ ਬਾਕੀਆਂ ਨਵਾਰਾਂ ਵਿੱਚੋਂ ਫੁੱਟ ਨਿਕਲਦੀ ਹੈ। ਸੁੰਦਰਤਾ ਤੂੰ ਸਤੂਲ ਸ਼ੈ ਨਹੀਂ ਹੈ, ਪਰ ਸਥੂਲ ਟਿਕਾਣਿਆਂ ਤੋਂ ਜਲਵੇ ਖੂਬ ਮਾਰਦੀ ਹੈ। ਤੂੰ ਦੇਵੀ ਹੈ ਕਿ ਦੇਵ ਹੈ, ਤੂੰ ਆਪ ਹੈ ਕਿ ਆਪੇ ਦਾ ਪ੍ਰਕਾਸ਼ ਹੈ। ਦੇਖ, ਇੱਕ ਸਿਆਣਾ ਪਿਆ ਆਖਦਾ ਹੈ ਕਿ ਜੋ ਸ਼ੈ ਲਾਭਦਾਇਕ ਹੈ ਉਹ ਸੁੰਦਰ ਹੈ, ਪਰ ਤੇਰੇ ਰਸੀਏ ਜਾਣਦੇ ਹਨ ਤੂੰ ਕੋਈ ਅਰਸ਼ਾਂ ਦੀ ਦੇਵੀ ਹੈ। ਹਾਂ, ਕਿਸੇ ਇੱਕ ਦੀ ਕਿ ਬਹੁਤਿਆਂ ਦੀ ਲੋੜ ਪੂਰਕ ਵਸਤੂ ਬੜੀ ਹੈ, ਪਰ ਸੁੰਦਰਤਾ ਤਾਂ ਲੋੜਾਂ ਬੇਲੋੜਾਂ ਤੋਂ ਵੱਖਰੇ ਲਿਸ਼ਕਾਰੇ ਮਾਰਦੀ ਹੈ। ਹਾਂ, ਸੁੰਦਰਤਾ ਲਾਭਦਾਇਕ ਤੋਂ ਵੀ ਵਧੇਕ ਲਾਭਦਾਇਕ ਹੈ। ਤੇਰੇ ਟਿਕਾਣੇ ਫਕੀਰਾਂ, ਕਵੀਸ਼ਰਾਂ, ਗਵਈਆਂ, ਚਿੱਤਰਕਾਰਾਂ ਅਤੇ ਸੰਗਤਾਂ ਤਰਾਸ਼ਦੇ ਮੰਦਰਾਂ ਵਿੱਚ ਹਨ। ਸੁੰਦਰਤਾ ਕੁਦਰਤ ਵਿੱਚ ਆਪੇ ਪਈ ਲਿਸ਼ਕਾਰੀ ਮਾਰਦੀ ਹੈ, ਪਰ ਕੋਮਲ ਹੁਨਰ ਵਾਲਿਆਂ ਦੇ ਦਿਲ ਵੀ ਨਿਆਰੀਏ ਵਾਂਗੂ ਜਗਤ ਦੇ ਰੇਤਿਆਂ ਵਿੱਚੋਂ ਕੱਢ ਦਿਖਾਲਦੇ ਹਨ। ਕਦੇ ਕਦੇ ਤੇਰਾ ਲਿਸ਼ਕਾਰਾ ਵੱਜਦਿਆਂ ਚਿੱਤ ਆਪਣੇ ਵਿੱਚ ਇਕੱਠਾ ਹੋ ਕੇ ਅਨੰਤ ਦੇ ਰਸ ਵਿੱਚ ਟੁੱਬੀ ਲਾ ਲੈਂਦਾ ਹੈ। ਤੂੰ ਵਹਿਮ ਦਿਸ਼ੇ ਨਹੀਂ, ਤੂੰ ਖਿਆਲ ਅਤੇ ਭਰਮ ਦੀ ਬਨਾਵਟ ਨਹੀਂ, ਤੂੰ ਪਾਰਲੇ ਦੇਸ਼ ਦਾ ਫਰਿਸ਼ਤਾ ਹੈ। ਇਸ ਸੰਸਾਰ ਤੋਂ ਅੱਗੇ ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ, ਤੂੰ ਉਹਨਾਂ ਨੂੰ ਦੱਸਦੀ ਹੈ ਕਿ ਆਹ ਤੱਕੋ ਅੱਗੇ ਦਾ ਦਰਸ਼ਨ। ਲੋਕੀ ਸਮਝਦੇ ਹਨ ਕਿ ਸੁੰਦਰਤਾ ਜਿਨ੍ਹਾਂ ਪਦਾਰਥਾਂ ਜਾਂ ਸਥੂਲ ਸਮਾਨਾਂ ਤੋਂ ਝਲਕੇ ਮਾਰਦੇ ਹੈ, ਇਹ ਉਹਨਾਂ ਦਾ ਕੋਈ ਗੁਣ ਜਾਂ ਖਾਸੀਅਤ ਹੈ। ਕੋਈ ਸਮਝਦੇ ਹਨ ਕਿ ਕ੍ਰਮਵਾਰ ਇਕੱਤਰਤਾ ਤੋਂ ਸੁੰਦਰਤਾ ਪੈਦਾ ਹੁੰਦੀ ਹੈ। ਰੇਖਾਂ ਦੇ ਰੰਗਾਂ ਦੀ ਇੱਕ ਸੁਰਤਾ ਸੁੰਦਰਤਾ ਹੈ। ਬਾਜੇ ਸਮਝਦੇ ਹਨ ਕਿ ਸੁੰਦਰਤਾ ਕੇਵਲ ਆਪਣਾ ਭਾਵ ਮਾਤਰ ਹੈ। ਸੁੰਦਰਤਾ ਇਹ ਸਭ ਕੁਝ ਹੁੰਦੀ ਹੈ, ਅਜੇ ਕੁਛ ਹੋਰ ਹੈ ਅਤੇ ਇਹ ਸਭ ਕੁਝ ਲੈਂਦੀ ਹੋਈ ਇਹਨਾਂ ਦੀ ਮਥਾਜ ਨਹੀਂ, ਅਤੇ ਜੋ ਵੀ ਸੁੰਦਰਤਾ ਦੇ ਲੱਛਣ ਕਹੋ ਅਜੇ ਕੁਛ ਬਾਕੀ ਰਹਿ ਜਾਂਦਾ ਹੈ। ਸੁੰਦਰਤਾ ਰੂਪ ਵਾਲੇ ਸਮਾਨਾਂ ਜਾਂ ਸਥੂਲ ਆਸਰਿਆਂ 'ਤੇ ਖੇਡਦੀ ਦਿਸਦੀ ਹੈ, ਪਰ ਹੈ ਕਿਸੇ ਹੋਰ ਦੇਸ਼ ਦੀ ਦੇਵੀ। ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਂਦਾ ਹੈ। ਉਹ ਰਸ ਚਿੱਤ ਨੂੰ ਸੋਚਾਂ ਦੇ ਮੰਡਲ ਤੋਂ ਕੱਢ ਲੈਂਦਾ ਹੈ। ਇੱਕ ਵਾਰ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ, ਵਿਚਾਰ, ਪ੍ਰਤੀਤੀ, ਖਿਆਲ ਸਭ ਗੁੰਮ ਹੋ ਜਾਂਦੇ ਹਨ। ਮਾਨੋ ਸਮਾਧੀ ਹੋ ਜਾਂਦੀ ਹੈ। ਭਾਵੇਂ ਬਿਜਲੀ ਦੇ ਲਿਸ਼ਕਾਰੇ ਵਾਂਗੂ ਇਹ ਇੱਕ ਛਿਣ ਦਾ 1000ਵਾਂ ਹਿੱਸਾ ਠਹਿਰੇ, ਪਰ ਅਸਰ ਇਹੋ ਪਾਉਂਦੀ ਹੈ। ਹਾਂਜੀ, ਸੁੰਦਰਤਾ ਦਾ ਝਲਕਾ ਇੱਕ ਚਸੇ ਵਿੱਚ ਰਸ ਮੰਡਲ ਦਾ ਹੁਲਾਰਾ ਦੇ ਜਾਂਦਾ ਹੈ। ਉਹ ਹੁਲਾਰਾ ਚਿੱਤ ਨੂੰ ਸਾਰੇ ਦਿਸਣ ਵਾਲੇ ਨਜ਼ਾਰੇ ਤੋਂ ਰੋੜ ਕੇ ਆਪਣੇ ਸਰੂਪ ਵਿੱਚ ਦੇਖਣਹਾਰ ਵਿੱਚ ਜੋੜ ਦਿੰਦਾ ਹੈ। ਉਹ ਅੱਖ ਫਰਕਣ ਜਿੰਨੇ ਚਿਰ ਵਿੱਚ ਉਹ ਰਸ ਦਾ ਝਲਕਾਰਾ ਮਾਰ ਜਾਂਦਾ ਹੈ, ਜੋ ਅੱਖਾਂ, ਨੱਕ, ਕੰਨ, ਜੀਭ ਅਤੇ ਸਰੀਰ ਦੇ ਰਸ ਤੋਂ ਵੱਖਰਾ ਰਸ ਹੈ, ਜੋ ਅੰਦਰਲੇ ਦੇਖਣਹਾਰ ਦੇ ਦੀਸਣਹਾਰ ਤੋਂ ਛੁੱਟਿਆ ਆਪੇ ਵਿੱਚ ਆਇਆ ਖੁੱਲ੍ਹਦਾ ਹੈ ਅਤੇ ਦੱਸਦਾ ਹੈ ਕਿ ਦੇਖ,
ਜੀਤੇ ਘਟ ਅੰਮ੍ਰਿਤ ਸਭ ਹੀ ਮਹਿ ਆਵੈ ਤਿਸੇ ਪਿਆਈ। ਘਰ ਦੇ ਅੰਦਰ ਬੈਠਿਆਂ ਬਾਜ਼ਾਰ ਵਿੱਚੋਂ ਸੁੰਦਰ ਧੁਨੀ ਵਾਜਿਆਂ ਤੂਤੀਆਂ ਦੀ ਆਉਂਦੀ ਹੈ। ਰਾਗ ਦੀ ਸੁੰਦਰਤਾ ਸਾਡੇ ਮਨ ਉੱਤੇ ਅਸਰ ਕਰਦੀ ਹੈ। ਮਨ ਆਪਣੇ ਵਿੱਚ ਇਕੱਠਾ ਹੋ ਜਾਂਦਾ ਹੈ, ਨੈਣ ਮੁੰਦ ਜਾਂਦੇ ਹਨ, ਰਸ ਆ ਜਾਂਦਾ ਹੈ। ਰਾਗ ਦੀ ਸੁੰਦਰਤਾ ਨੇ ਮਨ ਨੂੰ ਮਨ ਵਿੱਚ ਜੋੜ ਦਿੱਤਾ, ਬ੍ਰਿਤੀ ਚੜ੍ਹ ਗਈ। ਪਰ ਸਾਡਾ ਸੁਭਾਅ ਹੀ ਸਾਡਾ ਵੈਰੀ ਹੈ, ਜੋ ਦਿਸਣ ਵਾਲੇ ਪਦਾਰਥਾਂ ਦਾ ਅਤ ਪਿਆਰਾ ਹੋ ਚੁੱਕਾ ਹੈ। ਰਾਗ ਦੀ ਸੁੰਦਰਤਾ ਨੇ ਮਨ ਨੂੰ ਇਕੱਠਿਆਂ ਕੀਤਾ ਅਤੇ ਰਸ ਦੇਸ਼ ਵਿੱਚ ਸਿੱਟ ਦਿੱਤਾ ਸੀ। ਪਰ ਉਸ ਰਸ ਨੇ ਸਾਨੂੰ ਬਾਹਰ ਭਜਾ ਦਿੱਤਾ। ਬਾਰੀਆਂ ਖੋਲ੍ਹ ਕੇ ਵਾਜੇ ਵਜਾਉਣ ਵਾਲਿਆਂ ਨੂੰ, ਲੱਕੜ ਚੰਮ ਦੇ ਢੋਲਾਂ ਤੂਤੀਆਂ ਨੂੰ ਤੱਕੀਦਾ ਹੈ ਅਤੇ ਇਸ ਤੱਕਣ ਵਿੱਚ ਦ੍ਰਿਸ਼ਟਮਾਨ ਵਿੱਚ ਲੱਗ ਜਾਈਦਾ ਹੈ। ਸੁੰਦਰਤਾ ਦੇ ਝਲਕੇ ਦਾ ਅਸਰ ਸੀ ਰਸ ਮੰਡਲਾਂ ਵਿੱਚ ਲੈ ਜਾਣਾ। ਅੰਤਰਮੁਖ ਸਵਾਦ ਵਿੱਚ ਡੋਬਣਾ ਉਹ ਗਵਾ ਲਈਦਾ ਹੈ। ਸੁੰਦਰਤਾ ਦੇ ਝਲਕਾਰੇ ਵੱਜਦੇ ਸਾਰ ਤਿੱਖੇ ਵੇਗ ਵਾਂਗ ਨਾਲ ਲੰਘ ਜਾਣ ਵਾਲਾ ਰਸ ਰੂਪ ਇੱਕ ਅਸਰ ਹੁੰਦਾ ਹੈ, ਉਹ ਆਪੇ ਨੂੰ ਜੋੜ ਜਾਂਦਾ ਹੈ। ਜੇ ਉਸ ਦਾ ਹੀ ਅਸੀਂ ਲਾਭ ਉਠਾਈਏ ਤਾਂ ਸਮਾਧੀ ਕਹੋ, ਲੀਨਤਾ ਕਹੋ, ਪਰਮ ਸੁੱਖ ਕਹੋ, ਪਾ ਲਈਏ। ਪਰ ਅਸੀਂ ਸੁੰਦਰਤਾ ਪ੍ਰਕਾਸ਼ਨ ਵਾਲੇ ਪਦਾਰਥਾਂ ਵੱਲ ਦੌੜਦੇ ਹਾਂ। ਜਿੱਥੇ ਸੁੰਦਰਤਾ ਵਸਦੀ ਦਿਸਦੀ ਹੈ, ਉਹਨਾਂ ਟਿਕਾਣਿਆਂ ਨੂੰ ਕਾਬੂ ਕਰਨ ਅਤੇ ਭੋਗਣ ਵੱਲ ਲੱਗਦੇ ਹਾਂ। ਸੋ ਐਸਾ ਕਰਨ ਵਿੱਚ ਦ੍ਰਿਸ਼ਟਮਾਨ ਵਿੱਚ ਵਧੇਕ ਫਸਦੇ ਹਾਂ। ਜੋ ਦ੍ਰਿਸ਼ਟਮਾਨ ਉਹ ਵਿੰਸਦਾ ਹੈ, ਵਿਛੜਦਾ ਹੈ, ਬਦਲਦਾ ਹੈ ਅਤੇ ਦ੍ਰਿਸ਼ਟਮਾਨ ਦੇ ਪ੍ਰੇਮੀ ਨੂੰ ਸੁੱਖ ਦੀ ਥਾਂ ਦੁੱਖ ਹੁੰਦਾ ਹੈ। ਜੇ ਕਦੇ ਬੰਦੇ ਨੂੰ ਇਹ ਸਮਝ ਪੈ ਜਾਵੇ ਕਿ ਹਰ ਪ੍ਰਕਾਰ ਦੀ ਸੁੰਦਰਤਾ ਕਲਿਆਣਕਾਰੀ ਤਾਕਤ ਹੈ, ਮੁਕਤੀ ਦਾਤਾ ਹੈ, ਰਸ ਦਾਤਾ ਹੈ, ਸੋਚ ਦੇ ਮੰਡਲ ਵਿੱਚੋਂ ਖਲਾਸੀ ਦੇ ਕੇ ਰਸ ਦੇ ਮੰਡਲ ਵਿੱਚ ਲੈ ਜਾਣ ਵਾਲੀ ਦੇਵੀ ਹੈ ਅਤੇ ਕਲਿਆਣ ਖੱਬੇ ਹੱਥ ਦੀ ਖੇਡ ਹੈ। ਪਰ ਰਸੀਏ, ਨਾਮ ਰਸੀਏ, ਬਿਨਾਂ ਸੁੰਦਰਤਾ ਦਾ ਇਹ ਲਾਭ ਕੌਣ ਉਠਾਉਂਦਾ ਹੈ? ਲੋਕੀ ਤਾਂ ਇਹ ਕਰਦੇ ਹਨ ਕਿ ਸੁੰਦਰਤਾ ਡਿੱਠੀ, ਸੁੰਦਰਾਂ ਦੇ ਮਗਰ ਉੱਠ ਭੱਜੇ, ਸੁੰਦਰਾਂ ਦੇ ਪ੍ਰਾਪਤ ਕਰਨ ਵਿੱਚ ਮਨ ਖਿੰਡ ਗਿਆ, ਪ੍ਰਾਪਤ ਕਰਕੇ ਭੋਗਾਂ ਵਿੱਚ ਲਾਇਆ, ਭੋਗਾਂ ਨਾਲ ਮਨ ਮੈਲਾ ਹੋ ਗਿਆ। ਖਿੰਡੇ ਅਤੇ ਮੈਲੇ ਮਨ ਨੇ ਸੁੰਦਰਤਾ ਵੀ ਵਲੂੰਦਰ ਦਿੱਤੀ। ਸੁੰਦਰਤਾ ਤਾਂ ਕੀ ਵਲੂੰਦਰੀ ਜਾਣੀ ਸੀ, ਉਹ ਤਿਲਕ ਗਈ। ਸੁੰਦਰ ਝਉਂ ਗਏ, ਮੈਲਾ ਅਤੇ ਖਿੰਡਿਆ ਮਨ ਬਲਹੀਣ ਅਤੇ ਦੁਖੀ ਹੋ ਗਿਆ। ਜੇ ਸੁੰਦਰਤਾ ਦੇ ਝਲਕਾਰੇ ਨੇ ਇਕਾਗਰ ਅਤੇ ਨਿਰਮਲ ਕਰਨਾ ਸੀ, ਜਿਸ ਨਿਰਮਲਤਾ ਅਤੇ ਇਕਾਗਰਤਾ ਨੇ ਰਸ ਰੂਪ ਅਤੇ ਬਲਵਾਨ ਕਰਨਾ ਸੀ, ਉਹ ਸੁੰਦਰਤਾ ਜਿਸ ਨੇ ਅੰਤਰਮੁਖ ਕਰਕੇ ਆਪੇ ਨੂੰ ਆਪੇ ਵਿੱਚ, ਦੇਖਣਹਾਰ ਨੂੰ ਦੇਖਣਹਾਰ ਵਿੱਚ ਟਿਕਾਉਣਾ ਸੀ, ਜਿਸ ਨੇ ਸਰਬਧਾਰ ਦੇ ਮੰਡਲ ਪਰਮਾਨੰਦ ਵਿੱਚ ਪਹੁੰਚਾਉਣਾ ਸੀ, ਉਸੇ ਸੁੰਦਰਤਾ ਦਾ ਝਲਕਾ ਉਲਟੇ ਪਾਸੇ ਦ੍ਰਿਸ਼ਟਮਾਨ ਵਿੱਚ ਲੈ ਜਾਂਦਾ ਹੈ। ਹਾਂ ਤਰਾਣ ਕਰਤਾ, ਪਛਾਣ ਕਰਤਾ ਹੋ ਜਾਂਦਾ ਹੈ। ਪਰ ਇਹ ਸੁੰਦਰਤਾ ਦੇ ਜਿੰਮੇ ਨਹੀਂ, ਵਰਤਨਹਾਰੇ ਦੇ ਜਿੰਮੇ ਹੈ। ਵਰਤਨਹਾਰਾ ਕੀ ਕਰੇ? ਉਸ ਦਾ ਸੁਭਾਅ ਇਹੋ ਜਿਹਾ ਹੋ ਚੁੱਕਾ ਹੈ, ਜਦ ਸੁੰਦਰ ਸ਼ੈ ਜਾਂ ਸੁੰਦਰ ਜੀਵ ਡਿੱਠਾ ਉਸ ਦੀ ਪ੍ਰਾਪਤੀ ਵਿੱਚ ਲੱਗ ਗਏ, ਜਦ ਮਨ ਰੱਜ ਕੇ ਮੂੰਹ ਮੋੜ ਬੈਠਾ, ਫਿਰ ਹੋਰ ਸੁੰਦਰ ਸ਼ੈ ਤੱਕੀ, ਫਿਰ ਉਸ ਦੇ ਮਗਰ ਲੱਗ ਪਏ। ਇਹ ਸੁਭਾਅ ਕਿਸ ਤਰ੍ਹਾਂ ਬਦਲੇ? ਸੁਭਾਅ ਦੀ ਬਦਲੀ ਕੇਵਲ ਸਤਸੰਗ ਨਾਲ ਹੈ। ਸਤਸੰਗ ਸੁਭਾਅ ਬਦਲਣ ਲਈ ਵੈਰਾਗ ਅਤੇ ਹਜ਼ੂਰੀ ਦਾ ਸਬਕ ਦਿੰਦਾ ਹੈ। ਸਾਈਂ ਦੀ ਹਜ਼ੂਰੀ ਵਿੱਚ ਰਹਿਣ ਦਾ ਪ੍ਰਯਤਨ ਨਿਰੰਕਾਰ ਹਜ਼ੂਰੀ ਸੁੰਦਰਤਾ ਦਾ ਰਸੀਆ ਬਣਾ ਦਿੰਦਾ ਹੈ। ਹਾਂਜੀ, ਜਿੱਥੇ ਜਿੱਥੇ ਸੁੰਦਰਤਾ ਹੈ, ਇਸ ਮਨ ਨੂੰ ਉਸ ਦਾ ਨਿਰੋਲ ਪ੍ਰੇਮੀ ਬਣਾ ਦਿੰਦਾ ਹੈ। ਉਸ ਤੋਂ ਰਸ ਆਨੰਦ ਲੈਣ ਦੀ ਜਾਚ ਸਿਖਾ ਦਿੰਦਾ ਹੈ। ਦ੍ਰਿਸ਼ਟਾ ਪਦ ਵਿੱਚ ਟਿਕਣ ਦੀ ਜਾਚ ਦੱਸ ਦਿੰਦਾ ਹੈ। ਜੋ ਇਹ ਹੈ ਕਿ ਸੁੰਦਰਤਾ ਦਾ ਪਹਿਲਾ ਲਿਸ਼ਕਾਰਾ ਮਨ ਨੂੰ ਮਨ ਵਿੱਚ ਜੋੜ ਕੇ ਆਪੇ ਦੇ ਰਸ ਵਿੱਚ ਲੀਨ ਕਰ ਦਿੰਦਾ ਹੈ। ਇਹ ਰਸ ਲੀਨਤਾ ਤੀਸਰੇ ਸਤਿਗੁਰਾਂ ਦੀ ਦੱਸੀ ਲਿਵ ਦਾ ਮਾਰਗ ਹੈ। ਇਹ ਸੁੰਦਰਤਾ ਦੇ ਲਿਸ਼ਕਾਰੇ ਨਹੀਂ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ,
ਇਸ ਦੇ ਸੰਦੇਸ਼ੇ ਹਨ, ਉਸ ਦੇ ਨਿਉਤੇ ਹਨ, ਉਸ ਦੀਆਂ ਦਾਵਤਾਂ ਹਨ, ਉਸ ਦੇ ਪ੍ਰੇਮ ਬੁਲਾਵੇ ਹਨ। ਆਪਣੀ ਗੋਦ ਵਿੱਚ ਲੈ ਕੇ ਲਾੜ ਲੜਾਉਣ ਦੇ ਸੱਦੇ ਹਨ। ਵਾਹ ਵਾਹ ਚੰਦਹੀਣ ਰਾਤ, ਅਸਾਂ ਅੱਜ ਤੇਰੇ ਵਿੱਚ ਸੁੰਦਰਤਾ ਤੱਕੀ ਹੈ। ਅੰਮ੍ਰਿਤ ਵੇਲਾ ਹੈ, ਨੀਂਦ ਨੇ ਆਖਿਆ ਜਾਓ ਹੁਣ ਜਾਗ ਦੀ ਗੋਦ ਨੂੰ ਖੋਲ੍ਹੋ। ਭਾਵੇਂ ਠੰਡ ਹੈ ਪਰ ਛੁੱਤ ਤੁਰ ਛੱਤ 'ਤੇ ਗਿਆ, ਗੂੜ੍ਹੇ ਨੀਲੇ ਆਕਾਸ਼ ਵਿੱਚ ਕਰੋੜਾਂ ਤਾਰੇ ਡਲਕਾਂ ਮਾਰ ਰਹੇ ਹਨ। ਚਾਂਦਨੀ ਰਾਤ ਨੂੰ ਤਾਂ ਥੋੜ੍ਹੇ ਜਿਹੇ ਤਾਰੇ ਦਿਖਦੇ ਹਨ ਅਤੇ ਉਹ ਵੀ ਮੱਧਮ, ਪਰ ਅੱਜ ਤਾਂ ਲੱਖਾਂ ਹੀ ਪਏ ਦਿਖਦੇ ਹਨ ਅਤੇ ਪੂਰੀਆਂ ਲਿਸ਼ਕਾਂ ਮਾਰਦੇ ਹਨ। ਪੱਛੋਂ ਵੱਲੋਂ ਮੱਧਮ ਰੁਮਕੇ ਪਾਉਣ ਦੇ ਆ ਰਹੇ ਨੇ ਅਤੇ ਤਰੇਲ ਪੈ ਰਹੀ ਹੈ। ਭਿੰਨੀ ਰੈਣੜੀਏ ਚਮਕਣ ਤਾਰੇ ਦਾ ਨਕਸ਼ਾ ਵੱਜ ਰਿਹਾ ਹੈ। ਰਾਤ ਤਾਂ ਚਾਂਦਣੀ ਹੀ ਸੀ ਪਰ ਪੰਚਮੀ ਸੀ। ਚੰਦ ਸਵੀ ਸਾਂਝੇ ਹੀ ਦਿਦਾਰੇ ਦੇ ਲੁਕਣ ਮਿੱਟੀ ਖੇਡ ਗਿਆ, ਪਰ ਸੁੰਦਰਤਾ ਨੇ ਆਕਾਸ਼ ਦੇ ਗੂੜ੍ਹੇ ਨੀਲ ਤੇ ਤਾਰਿਆਂ ਦੀ ਚਮਕੀਲੇ ਝਲਕੇ ਵਿੱਚ ਡੇਰੇ ਲਾਏ। ਹਨੇਰੇ ਨੇ ਤੇਜ਼ ਵਾਲਿਆਂ ਦਾ ਤੇਜ਼ ਚਮਕਾ ਦਿੱਤਾ। ਪੱਛੋਂ ਦੀ ਪੌਣ ਨੇ ਅੰਬਰ ਬਹੁਤ ਹੀ ਸਾਫ਼ ਕਰ ਰੱਖਿਆ। ਹਰ ਸ਼ੈ ਦਾ ਰੁਖ ਪੂਰਬ ਵੱਲ ਕਰ ਦਿੱਤਾ ਹੈ। ਸਾਡੀ ਪਿੱਠ ਵੀ ਆਪਣੀ ਵੱਲ ਫਿਰਾ ਲਈ ਅਤੇ ਮੂੰਹ ਪੁਰੇ ਵੱਲ ਕਰਾ ਦਿੱਤਾ। ਅਸੀਂ ਉੱਠ ਕੇ ਤਖਤ ਪੋਚ 'ਤੇ ਬੈਠ ਗਏ ਅਤੇ ਪੁਰੇ ਦੇ ਆਕਾਸ਼ ਵੱਲ ਇੱਕ ਹੋਰ ਨਜ਼ਾਰੇ ਵੱਲ ਖਿੱਚੇ ਗਏ। ਚੰਦ ਨਹੀਂ, ਪਰ ਚੰਦ ਨਾਲੋਂ ਘੱਟ ਵੀ ਨਹੀਂ, ਇੱਕ ਤਾਰਾ ਚੜ੍ਹ ਰਿਹਾ ਹੈ। ਕੌਣ ਹੈ? ਹਿੰਦੂਆਂ ਦਾ ਸ਼ੁਕਰ, ਮੁਸਲਮਾਨਾਂ ਦਾ ਜੋਹਰਾ, ਪੱਛਮੀਆਂ ਦਾ ਵੀਨਸ। ਜੋਹਰਾ ਦੇ ਵੀਨਸ ਵਾਲਿਆਂ ਦਾ ਬੜੇ ਸਵਾਦਲੇ ਕਿੱਸੇ ਪ੍ਰੇਮ ਦੇ ਇਸ ਨਾਲ ਜੋੜੇ ਹਨ, ਪਰ ਹਿੰਦੂਆਂ ਨੇ ਤਾਂ ਇਸ ਨੂੰ ਆਪਣੇ ਆਨੰਦਾਂ ਦਾ ਸੰਗੀ ਬਣਾ ਲਿਆ ਹੈ। ਜਦੋਂ ਸ਼ੁਕਰ ਨਾ ਚੜ੍ਹੇ, ਕੋਈ ਵਿਆਹ ਨਾ ਹੋਵੇ, ਕੋਈ ਢੰਗ ਸਵਾਰਥ ਨਾ ਪਵੇ, ਸਭ ਖੁਸ਼ੀਆਂ ਦੇ ਕੰਮ ਇਸ ਮਿੱਤਰ ਦੇ ਵਿਛੋੜੇ ਵਿੱਚ ਬੰਦ। ਜਦੋਂ ਚੜ੍ਹੇ ਤਾਂ ਹਿੰਦੂ ਘਰ ਵਿੱਚ ਮੰਗਲ ਦੇ ਪੈਰ ਪੈਣ। ਦੇਖੋ ਅੱਜ ਇਹ ਖੁਸ਼ੀਆਂ ਨਾਲ ਵਿਆਹਿਆ ਸ਼ੁਕਰ ਸਾਨੂੰ ਵੀ ਖਿੱਚਣ ਲੱਗਾ ਅਤੇ ਪੁਰੇ ਵੱਲ ਧੋਣ ਲੱਗਾ। ਇਸ ਦੀਆਂ ਤਿਰਖੇ ਤੇਜ ਦੀਆਂ ਪਰ ਪਿਆਰੀਆਂ ਡਲਕਾਂ ਪੁਰੇ ਵੱਲ ਧੂ ਲੈ ਚੱਲੀਆਂ। ਅਸੀਂ ਮਾਨੋ ਸ਼ੁਕਰ ਵੱਲ ਉੱਠ ਤੁਰੇ, ਪਰ ਨਹੀਂ, ਉੱਚੇ ਨਹੀਂ ਚੜ੍ਹੇ। ਪੁਰੇ ਵਿੱਚ ਤੁਰੇ ਦੂਰ ਇੱਕ ਸੁੰਦਰ ਟਿਕਾਣੇ ਜਾ ਨਿਕਲੇ। ਗੰਗਾ ਦਾ ਰਮਣੀਕ ਕਿਨਾਰਾ, ਸਾਵਾ ਸਾਵਾ ਕਚਾਹ ਵਰਗਾ ਗੰਗਾ ਦੇ ਨਿਤਰੇ ਪਾਣੀ ਦਾ ਡੱਲ ਚੁੱਪ-ਚਾਪ ਵਗ ਰਿਹਾ ਸੀ। ਮੀਲਾਂ ਦਾ ਪੇਹਨ ਹੈ ਜਿਸ ਵਿੱਚ ਪਾਣੀ ਤੇ ਬਰੇਤਾ ਹੈ। ਇੱਕ ਕਿਨਾਰੇ ਲੰਮ ਸਲੰਮਾ ਨਗਰ ਵਸਦਾ ਹੈ। ਹਾਂਜੀ, ਉਹ ਨਗਰ ਵਸਦਾ ਹੈ ਜਿਸ ਨੂੰ ਸੰਸਾਰ ਦੇ ਇੱਕ ਮਹਾਨ ਪੁਰਖ ਦੇ ਅਵਤਾਰ ਦਾ ਫਖਰ ਹੈ, ਜਿਸ ਨੂੰ ਇੱਕ ਸਦਾਚਾਰ ਤੇ ਦੂਸਰੇ ਭਗਤੀ ਦੇ ਦੈਵ ਦੇ ਚਰਨਾਂ ਦੀ ਰੱਜ ਪ੍ਰਾਪਤ ਹੋਣ ਦੀ ਵਡਿਆਈ ਹੈ। ਦੇਖੋ ਅੰਮ੍ਰਿਤ ਵੇਲੇ ਹੀ ਦਰਿਆ ਦੇ ਇੱਕ ਪੱਕੇ ਘਾਟ ਪਰ ਪੌੜਾਂ ਉੱਤੇ ਕੁਸ਼ਾ ਦਾ ਆਸਣ ਵਿਛਾਈ, ਪਸ਼ਮੀਨੇ ਦੀ ਚਾਦਰ ਦੀ ਬੁੱਕਲ ਮਾਰੀ ਇੱਕ ਸੂਰਤ ਵਿਰਾਜ ਰਹੀ ਹੈ। ਨੈਣ ਬੰਦ ਹਨ ਪਰ ਦਿਲ ਦੇ ਦਰਵਾਜ਼ੇ ਖੁੱਲ੍ਹੇ ਹਨ। ਕੋਈ ਮੋਹਣੀ ਮੂਰਤ ਅੰਦਰ ਆ ਜਾ ਰਹੀ ਹੈ ਅਤੇ ਖੇਲਾਂ ਕਰ ਰਹੀ ਹੈ। ਆਪ ਕਿਸੇ ਬਾਲਾ ਪ੍ਰੀਤਮ ਦੇ ਪ੍ਰੇਮ ਵਿੱਚ ਇਸ ਠੰਡ ਵਿੱਚ ਇਕਾਂਤ ਪਰ ਸੁਖਦਾਈ ਟਿਕਾਣੇ ਬੈਠ ਪ੍ਰੇਮ ਦਾ ਰਸ ਲੈ ਰਹੇ ਹਨ। ਅਰਸ਼ਾਂ ਤੋਂ ਨੂਰ ਵਸ ਰਿਹਾ ਹੈ, ਤਾਰੇ ਪ੍ਰਕਾਸ਼ ਦਾ ਮੀਂਹ ਵਰ੍ਹਾ ਰਹੇ ਹਨ। ਪਵਨ ਸੰਗੀਤ ਕਰ ਰਹੀ ਹੈ ਅਤੇ ਗਾ ਰਹੀ ਹੈ, ਭਿੰਨੀ ਰੈਣੜੀਏ ਚਮਕਣ ਤਾਰੇ, ਜਾਗੇ ਸੰਤ ਜਨਾਂ ਮੇਰੇ ਰਾਮ ਪਿਆਰੇ। ਵਾਹ ਵਾਹ ਸਵਾਦ, ਰਾਤ ਦੀ ਇਕਾਂਤ ਅਤੇ ਚੁੱਪ ਦਾ ਸਵਾਦ, ਜਲ ਦੇ ਕਿਨਾਰੇ ਦਾ ਸਵਾਦ, ਮਿੱਠੀ ਪਵਨ ਦਾ ਸਵਾਦ, ਕੁਦਰਤੀ ਨਜ਼ਾਰੇ ਦਾ ਸਵਾਦ। ਸੰਤ ਜਨਾਂ ਮੇਰੇ ਰਾਮ ਪਿਆਰੇ ਨੂੰ ਕਿਸ ਮੌਜ ਵਿੱਚ ਹੁਲਾਰੇ ਦੇ ਰਿਹਾ ਹੈ। ਚੌਥੇ ਪਹਿਰ ਸਵਾ ਕੇ ਸੁਰਤਿਆ ਉਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਓ। ਪੁਰੇ ਵੱਲ ਹੁਣ ਹੋਰ ਚਾਨਣਾ ਆਉਣ ਲੱਗਾ। ਲਾਲੀ ਭਾ ਵੱਜ ਗਈ, ਚਿੱਟੀ ਚਿੜੀ ਚੁਹਕੀ ਪਉ ਫੁੱਟੀ, ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮ ਹੈ ਰੰਗ। ਸ਼ਹਿਰ ਵੱਲੋਂ ਇੱਕ ਦੰਪਤੀ ਆ ਰਹੇ ਹਨ। ਇਹ ਘਾਟ ਪਰ ਉਤਰੇ
ਕਿ ਉਹ ਸਮਾਧ ਸਥਿਤ ਸੱਜਣ ਦੇ ਸਾਹਮਣੇ ਆ ਬੈਠੇ। ਕੁਛ ਇਲਾਚੀਆਂ ਅੱਗੇ ਧਰੀਆਂ, ਬੜੇ ਅਦਬ ਨਾਲ ਮੱਥਾ ਟੇਕਿਆ ਤੇ ਫਿਰ ਥੋੜ੍ਹੀ ਵਿੱਥ ਤੇ ਨਿਮਰਤਾ ਨਾਲ ਹੱਥ ਜੋੜ ਕੇ ਬੈਠ ਗਏ। ਕੁਛ ਚਿਰ ਪਿੱਛੋਂ ਸਮਾਧੀ ਸਥਿਤ ਸੱਜਣ ਨੇ ਨੈਣ ਖੋਲ੍ਹੇ। ਨੈਣ ਜੋ ਪ੍ਰੇਮ ਰੰਗ ਦੇ ਭਰੇ ਹੋਏ ਸੀ, ਉਹਨਾਂ ਦੋਵਾਂ ਨੇ ਆਪਣੀ ਪਿਆਰੀ ਨਜ਼ਰ ਪਾਉਂਦੇ ਹੀ ਦੋਵਾਂ ਨੂੰ ਮੋਹਿਤ ਕਰਕੇ ਫਿਰ ਚਰਨੀ ਨਿਭਾ ਗਏ। ਸਮਾਧੀ ਵਾਲੇ ਸੱਜਣ ਨੇ ਆਸ਼ੀਰਵਾਦ ਕਹੀ ਤੇ ਇਤਨੀ ਸਵੇਰੇ ਆਉਣ ਦਾ ਕਾਰਨ ਪੁੱਛਿਆ, ਜਿਸ ਦਾ ਉੱਤਰ ਉਸ ਨਵੇਂ ਆਏ ਸੱਜਣ ਨੇ ਇਸ ਤਰ੍ਹਾਂ ਦਿੱਤਾ, ਹੇ ਭਗਵਾਨ, ਆਪ ਰਾਜਾ ਹੋਣ ਕਰਕੇ ਸਤਿਕਾਰਯੋਗ ਹੋ ਔਰ ਬ੍ਰਾਹਮਣ ਹੋਣ ਕਰਕੇ ਪੂਜੇ ਹੋ ਤੇ ਈਸ਼ਵਰ ਪ੍ਰਾਇਣ ਹੋ ਜਾਣ ਕਰਕੇ ਪਿਆਰੇ ਹੋ। ਮੈਂ ਅਤਿਥੀ ਹੋ ਕੇ ਆਪ ਦੇ ਦੁਆਰੇ ਆਇਆ ਹਾਂ। ਤਾਂ ਬ੍ਰਾਹਮਣ ਨੇ ਕਿਹਾ, ਆਪ ਵੀ ਰਾਜਾ ਹੋ, ਮੇਰੇ ਸਤਿਕਾਰਯੋਗ ਹੋ, ਇਸ ਤਰ੍ਹਾਂ ਦੇ ਵਾਕ ਨਾ ਕਹੋ। ਤਾਂ ਨਵਾਂ ਆਇਆ ਬੋਲਿਆ, ਹੇ ਪੰਡਤਾਂ ਦੇ ਸ਼੍ਰੋਮਣੀ ਪੰਡਤ ਸ਼ਿਵਦੱਤ ਜੀ, ਆਪ ਪੂਜੇ ਹੋ, ਆਪ ਬ੍ਰਾਹਮਣ ਕੁਲ ਦੇ ਚੂੜਾਮਣੀ ਹੋ। ਮੈਂ ਛਤਰੀ ਹਾਂ, ਅਤਿਥੀ ਹੋ ਕੇ ਇਸ ਲਈ ਆਇਆ ਹਾਂ ਕਿ ਮੇਰੇ ਘਰ ਵੰਸ਼ ਨਹੀਂ ਹੈ, ਰਾਜ ਭਾਗ ਦੇ ਸਾਂਭਣ ਵਾਲਾ ਕੋਈ ਨਹੀਂ। ਆਪ ਦੀ ਅਸੀਸ ਕਰਕੇ ਅਨੇਕਾਂ ਦੇ ਘਰ ਸੰਤਾਨ ਹੋਈ ਹੈ। ਮੇਰੇ ਪਰ ਵੀ ਤਰੁੱਠੋ ਔਰ ਇੱਕ ਪੁੱਤਰ ਦਾਨ ਦਿਓ। ਤਾਂ ਸ਼ਿਵਦੱਤ ਨੇ ਕਿਹਾ, ਰਾਜਾ ਫਤਿਹ ਚੰਦ ਮੈਣੀ ਜੀ, ਆਪ ਦਾ ਆਉਣਾ ਮੇਰੇ ਸਿਰ ਉੱਤੇ ਹੈ, ਸਿਰ ਮੱਥੇ 'ਤੇ ਹੈ, ਪਰ ਇਹ ਆਪ ਨੂੰ ਠੀਕ ਖਬਰ ਨਹੀਂ ਮਿਲੀ ਕਿ ਪੁੱਤਰ ਦਾਨ ਮੈਂ ਕੀਤੇ ਹਨ। ਤਾਂ ਫਤਿਹ ਚੰਦ ਨੇ ਕਿਹਾ, ਸ੍ਰੀ ਜੀ, ਫਲਦਾਰ ਬ੍ਰਿਸ਼ ਨਿਉਂਦੇ ਹਨ, ਵੱਡੇ ਸਦਾ ਨਿਮਰਤਾ ਕਰਦੇ ਹਨ, ਪਰ ਸ੍ਰੀ ਜੀ, ਜਿਸ ਤਰ੍ਹਾਂ ਜਗਤਾ ਸੇਠ ਔਰ ਅਨੇਕਾਂ ਹੋਰਨਾਂ ਪਰ ਤਰੁੱਠੇ ਹੋ, ਮੇਰੇ ਪਰ ਵੀ ਤਰੁੱਠ ਪਾਓ। ਕੇਵਲ ਇੱਕ ਪੁੱਤਰ ਦੀ ਯਾਚਨਾ ਹੈ ਔਰ ਇਸ ਲਈ ਮੈਂ ਆਪ ਦੀ ਸ਼ਰਨ ਆਇਆ ਹਾਂ। ਤਾਂ ਸ਼ਿਵਦੱਤ ਜੀ ਨੇ ਕਿਹਾ, ਹੇ ਰਾਜਾ, ਹੇ ਮੇਰੇ ਮਿੱਤਰ, ਇਹ ਸਤਿਕਾਰਯੋਗ ਸੱਜਣ, ਇਹ ਕੌਤਕ ਈਸ਼ਵਰ ਆਪ ਕਰ ਰਿਹਾ ਹੈ, ਇਹ ਜ਼ਾਹਰੀ ਕਲਾ ਉਸ ਦੀ ਵਰਤ ਰਹੀ ਹੈ। ਮੈਂ ਕੀ ਕਹਾਂ, ਉਹ ਆਪ ਆਇਆ ਹੋਇਆ ਹੈ, ਆਪ ਚੋਜ ਕਰ ਰਿਹਾ ਹੈ। ਤਾਂ ਫਤਿਹ ਚੰਦ ਜੀ ਨੇ ਕਿਹਾ, ਪਰ ਤੁਹਾਡੀ ਰਸਨਾ 'ਤੇ ਹੀ ਬੈਠ ਕੇ ਕਰਦਾ ਹੈ। ਤਾਂ ਸ਼ਿਵਦੱਤ ਨੇ ਕਿਹਾ, ਆਪ ਸਰੀਰ ਧਾਰ ਕੇ ਕਰ ਰਿਹਾ ਹੈ, ਮੈਨੂੰ ਤਾਂ ਦਰਸ਼ਨਾਂ ਨਾਲ ਨਿਹਾਲ ਕਰ ਰਿਹਾ ਹੈ। ਸੱਚ ਜਾਣੋ, ਮੈਂ ਟਾਲ ਨਹੀਂ ਰਿਹਾ। ਮੇਰਾ ਵਿਸ਼ਵਾਸ, ਦ੍ਰਿੜ ਵਿਸ਼ਵਾਸ ਇਹ ਹੈ ਕਿ ਆਤਮ ਮੰਡਲਾਂ ਦੀ ਉਹ ਜੋਤ ਜੋ ਕਦੇ ਗਲਾਨੀ ਪਈ ਅਤੇ ਸੰਸਾਰ ਰੱਖਿਆ ਨੂੰ ਆਇਆ ਕਰਦੀ ਹੈ, ਆਈ ਹੋਈ ਹੈ। ਮੈਂ ਪਤਿਆ ਲਿਆ ਹੈ, ਜੋ ਸੰਕਲਪ ਧਾਰੇ ਪੂਰੇ ਹੋਏ ਹਨ। ਜੋ ਮੈਂ ਇਸੇ ਕਿਨਾਰੇ ਇਹ ਸੋਚ ਕੇ ਬੈਠਾ ਹਾਂ ਕਿ ਰਾਮ ਰੂਪ ਹੋ ਕੇ ਦਿਸੇ, ਤਾਂ ਉਸ ਦਿਨ ਰਾਮ ਰੂਪ ਹੋ ਕੇ ਹੀ ਦਿਸੇ ਮੈਨੂੰ। ਜੇ ਕ੍ਰਿਸ਼ਨ ਰੂਪ ਚਾਹਿਆ ਤਾਂ ਉਹ ਰੂਪ ਵਾਲੇ ਹੋ ਗਏ, ਜੇ ਬੁੱਧ ਭਗਵਾਨ ਦੀ ਸੂਰਤ ਚਾਹੀ ਤਾਂ ਉਹ ਧਾਰ ਆਏ। ਜੋ ਕਿਹਾ ਸੋ ਹੋ ਗਿਆ, ਆਪਣੇ ਆਪ ਜੋ ਸੈਂਤ ਮਾਰ ਗਏ ਸੋ ਕਰ ਗਏ, ਕਲੇਜਾ ਕੱਢ ਲਿਆਏ। ਮੈਂ ਹੁਣ 8 ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਵੀ ਵਿੱਚ ਮਗਨ ਹਾਂ। ਇਹੋ ਮੇਰੀ ਸਮਾਧੀ ਹੈ, ਇਹੋ ਮੇਰਾ ਤਪ ਹੈ। ਦੇਖ, ਪੁਰੇ ਵੱਲੋਂ ਸੂਰਜ ਚੜ੍ਹ ਰਿਹਾ ਹੈ, ਪਰ ਸੂਰਜ ਦੀ ਨਵਜੋਬਨਾ ਟਿੱਕੀ ਉੱਤੇ ਮੇਰਾ ਬਾਲਾ ਪ੍ਰੀਤਮ ਜੀ ਤੀਰ ਕਮਾਨ ਖਿੱਚੀ ਖੜੇ ਹਨ। ਪਿਆਰੇ ਮਿੱਤਰ, ਸ਼ਰਨ ਲਵੇਂ ਤਾਂ ਪੁੱਤਰ ਕੀ ਲੋਕ ਪਰਲੋਕ ਮਿਲ ਜਾਵੇ। ਇਹ ਕਹਿੰਦੇ ਪੰਡਤ ਜੀ ਦੇ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ। ਸਰੀਰ ਕੰਬ ਗਿਆ ਔਰ ਪਿਆਰੇ ਦੀ ਖਿੱਚ ਵਿੱਚ ਮਗਨ ਹੋ ਗਏ। ਫਿਰ ਮਗਰੋਂ ਨੈਣ ਖੁੱਲ੍ਹੇ। ਫਤਿਹ ਚੰਦ, ਭਗਵਾਨ ਕਿਰਪਾ ਕਰੋ, ਫਿਰ ਇਸ ਦਾਸ ਤੇ ਦਾਸੀ ਨੂੰ ਉਹਨਾਂ ਦੇ ਚਰਨਾਂ ਕਮਲਾਂ ਪਰ ਲਟਾ ਦਿਓ। ਹਾਂ ਸ਼ਿਵਦੱਤ, ਮਿੱਤਰ ਜੀ, ਇਹ ਰਸਤੇ ਦੀ ਗੱਲ ਹੈ। ਤੁਸੀਂ ਆਪਣੇ ਘਰ ਬੈਠੋ, ਦਿਨ ਰਾਤ ਧਿਆਨ ਰੱਖੋ ਕਿ ਜਗਤ ਰੱਖਿਅਕ ਸੁਆਮੀ ਦੇ ਦਰਸ਼ਨ ਹੋਣ। ਕੇਵਲ ਧਿਆਨ ਕਰੋ, ਪ੍ਰੇਮ ਨਾਲ ਖਿਆਲ ਕਰੋ, ਚਿੱਤ ਦੀ ਲੋਹ ਲਾਓ, ਸਿੱਖ ਉਪਜੇ, ਪਿਆਰ ਮੌਲੇ, ਲੋਹ ਝੁਮੜੇ। ਫਿਰ ਮੇਰੇ ਚੋਜੀ ਗੋਬਿੰਦ, ਮੇਰਾ ਬਾਲਾ ਪ੍ਰੀਤਮ, ਮੇਰੇ ਬਾਲ ਲੀਲਾ ਵਾਲੇ ਸਾਈਂ ਤੁਹਾਡੇ ਗ੍ਰਹਿ ਵਿੱਚ ਆਉਣਗੇ ਅਤੇ ਸਭ ਵਾਸ਼ਨਾ ਪੂਰਨ ਕਰ ਦੇਣਗੇ। ਪਰ ਦੇਖਣਾ, ਉਹਨਾਂ ਨੂੰ ਸੁੱਕੇ ਪਿੰਜਰ ਵਾਲਾ ਉਦਾਸੀਨ ਵਿਰਾਗ ਨਾਲ ਢੱਲ ਚੁੱਕਾ ਨਿਤਾਣਾ ਨਿਮਾਣਾ ਦੇਖਣ ਦੀ ਆਸਾ ਨਾ ਕਰਨੀ।
ਉਹ ਆਤਮ ਮੰਡਲ ਦਾ ਸੁਆਮੀ ਹੈ। ਖੇੜੇਦਾਰ ਰੰਗ ਦਾ ਹੈ, ਹਸਤ ਮੂਰਤੀ ਹੈ, ਮਨਮੋਹਨ ਹੈ, ਰਸੀਆ ਹੈ, ਆਨੰਦ ਕੰਧ ਹੈ, ਖੁਸ਼ੀ ਦਾ ਉਛਾਲਦਾਰ ਸਾਗਰ ਹੈ, ਉਮਾ ਦਾ ਸੁਭਰ ਭਰਿਆ ਸਰੋਵਰ ਹੈ, ਉਤਸ਼ਾਹ ਦੀ ਸਦਾ ਖਿੜੀ ਬਸੰਤ, ਖਿੱਚਦਾ ਹੈ, ਧੁੰਦਾ ਹੈ ਪਰ ਪਤਾ ਨਹੀਂ ਲੱਗਦਾ, ਤੱਕਦਾ ਹੈ, ਜਾਦੂ ਫੇਰਦਾ ਹੈ, ਹੱਸਦਾ ਹੈ, ਠੱਗਦਾ ਹੈ, ਭਜਨ ਕਰਦਾ ਹੈ, ਮੋਹਦਾ ਹੈ, ਅਨੁਰਾਗ ਅਵਤਾਰ ਹੈ, ਸਾਖਿਅਤ ਪ੍ਰੇਮ ਹੈ, ਦੇਖੇਗਾ ਫਿਰ ਦੇਖ ਨਾ ਸਕੇਗਾ ਪਰ ਅੰਦਰਲੇ ਨੈਣ ਖੁੱਲ੍ਹ ਜਾਣਗੇ, ਫਿਰ ਦਿਵਯਤਾ ਦੇਖੇਗਾ। ਇਹ ਵਾਕ ਸੁਣਦਿਆਂ ਇਸਤਰੀ ਤੇ ਪਤੀ ਦੋਵਾਂ ਦੇ ਕਲੇਜੇ ਵਿੱਚ ਇੱਕ ਖਿੱਚ ਪੈਦਾ ਹੋ ਗਈ, ਇੱਕ ਸੁੱਖ ਦੀ ਝਰਨਾਟ ਛਿੜੀ, ਇੱਕ ਰਸ ਦੀ ਲਹਿਰ ਲੰਘੀ, ਇੱਕ ਅਮਾਈ ਫਰੱਕਾ ਫਿਰ ਆ ਗਿਆ। ਤਾਂ ਸ਼ਿਵਦੱਤ ਜੀ ਨੇ ਕਿਹਾ, ਜਾਓ, ਹੁਣ ਘਾਟ ਪਰ ਲੋਕ ਆ ਰਹੇ ਹਨ, ਤੁਹਾਨੂੰ ਦੋਵਾਂ ਨੂੰ ਇਸ ਤਰ੍ਹਾਂ ਵੇਖ ਕੇ ਵਿਚਾਰ ਕਰਨਗੇ, ਮੈਂ ਭਾਵੇਂ ਰਾਜਾ ਹਾਂ ਪਰ ਬ੍ਰਾਹਮਣ ਹੋਣ ਕਰਕੇ ਅਤੇ ਸਦਾ ਤੋਂ ਠਾਕੁਰ ਪੂਜਾ ਇੱਥੇ ਕਰਨੇ ਕਰਕੇ ਦੰਦ ਕਥਾ ਵਿੱਚ ਨਹੀਂ ਆਇਆ। ਤਾਂ ਫਤਿਹ ਚੰਦ ਜੀ ਨੇ ਕਿਹਾ, ਸਤ ਬਚਨ ਭਗਵਾਨ, ਠਾਕੁਰ ਪੂਜਾ ਆਪ ਨੇ ਇਸੇ ਕਾਰਨ 'ਤੇ ਤਿਆਗੀ ਜਾਪਦੀ ਹੈ। ਤਾਂ ਸ਼ਿਵਦੱਤ ਨੇ ਨੈਣ ਭਰ ਕੇ ਕਿਹਾ, ਨਾ ਠਾਕੁਰ ਵਿੱਚ ਕਾਠ ਹੈ, ਨਾ ਪੱਥਰ ਵਿੱਚ, ਨਾ ਮਿੱਟੀ ਵਿੱਚ। ਨਾ ਠਾਕੁਰ ਕਾਠ ਵਿੱਚ ਹੈ, ਨਾ ਪੱਥਰ ਵਿੱਚ ਅਤੇ ਨਾ ਮਿੱਟੀ ਵਿੱਚ। ਜਿਉਂਦਾ ਠਾਕੁਰ, ਜੀਵਤ ਸ਼ਕਤੀ ਵਾਲਾ ਠਾਕੁਰ, ਆਪ ਠਾਕੁਰ ਸੱਚ ਮੁੱਚ ਦਾ ਠਾਕੁਰ ਆ ਗਿਆ ਹੈ। ਹੁਣ ਤਾਂ ਮੇਰੀ ਸ਼ਰਧਾ ਵਿੱਚ ਮੇਰਾ ਠਾਕੁਰ ਵਸਦਾ ਹੈ। ਮੇਰੀ ਭਾਵਨਾ ਨੇ ਮੇਰੀ ਖਿਆਲੀ ਮੂਰਤ ਨਹੀਂ ਮਿਥ ਲਈ, ਸਗੋਂ ਮੇਰੀ ਭਾਵਨਾ, ਮੇਰੀ ਮਨਸ਼ਾ ਮੇਰੇ ਹਿਰਦੇ ਮੰਡਲ ਅੰਦਰ ਜਿਉਂਦਾ ਠਾਕੁਰ ਆ ਵਸਿਆ ਹੈ। ਹੁਣ ਇਹ ਜਿਉਂਦਾ ਠਾਕੁਰ ਮੇਰਾ ਜੀਵਨ ਹੈ। ਜੀਵਨ ਠਾਕੁਰ ਹੈ, ਠਾਕੁਰ ਜੀਵਨ ਹੈ। ਜਿਉਂਦਾ ਠਾਕੁਰ ਹੈ, ਜਿਉਂਦਾ ਹੈ, ਬੋਲਦਾ ਹੈ, ਪਿਆਰਦਾ ਹੈ। ਮੇਰਾ ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ। ਕਹਿੰਦੇ ਪੰਡਤ ਦੇ ਨੈਣ ਬੰਦ ਹੋ ਗਏ ਅਤੇ ਜਲ ਧਾਰਾ ਵਹਿ ਤੁਰੀ। ਗੰਗਾ ਦੇ ਠੰਡੇ ਸੀਤਲ ਜਲ ਵਿੱਚ ਇਹ ਜੀਵਨ ਸੋਮੇ ਤੋਂ ਨਿੱਘੀਆਂ ਹੰਝਾਂ ਤਰਪ ਡਿੱਗੀਆਂ। ਹੁਣ ਰਾਜਾ ਫਤਿਹ ਚੰਦ ਅਤੇ ਉਸਦੀ ਇਸਤਰੀ ਮੱਥਾ ਟੇਕ ਕੇ ਵਿਦਾ ਹੋ ਗਏ। ਸੂਰਜ ਦੀ ਟਿੱਕੀ ਉੱਚੀ ਹੋ ਆਈ ਗੰਗਾ ਜਲ ਵਿੱਚ। ਸੂਰਜ ਦੀਆਂ ਕਿਰਨਾਂ ਪੈ ਕੇ ਕਿਹਾ ਰੰਗ ਦੇ ਰਹੀਆਂ ਨੇ। ਇੱਧਰ ਘਾਟ ਪਰ ਗਹਿਮ ਹੋ ਗਈ। ਇਸ਼ਨਾਨੀਆਂ, ਧਿਆਨੀਆਂ, ਠਾਕੁਰ ਪੂਜਕਾਂ ਦੀ ਭੀੜ ਲੱਗ ਰਹੀ ਸੀ। ਰੌਲਾ ਪੈ ਰਿਹਾ ਹੈ ਸ਼ਿਵਦੱਤ ਬ੍ਰਾਹਮਣ ਦਾ। ਇਸ ਰੌਲੇ ਵਿੱਚੋਂ ਵੀ ਉੱਠਣ ਨੂੰ ਚਿੱਤ ਨਹੀਂ ਕਰਦਾ। ਰੌਲੇ ਵਿੱਚ ਉਹ ਕਿਸੇ ਸ਼ਾਂਤੀ ਵੱਲ ਲੋਹ ਲਾ ਬੈਠਾ ਹੈ। ਭੀੜ ਵਿੱਚ ਉਹ ਕਿਸੇ ਤਾਂਘ ਵਿੱਚ ਹੈ। ਅਚਾਨਕ ਪਾਣੀ ਵਿੱਚ ਕਿਸੇ ਭਾਰੀ ਸ਼ੈ ਦੇ ਡਿੱਗਣ ਦੀ ਆਵਾਜ਼ ਆਈ ਔਰ ਗੰਗਾ ਦਾ ਪਾਣੀ ਇਸ ਤਰ੍ਹਾਂ ਉਛਲਿਆ ਕਿ ਜਿਸ ਤਰ੍ਹਾਂ ਕਰੜਾ ਭੁਚਾਲ ਆ ਜਾਂਦਾ ਹੈ। ਪਾਣੀ ਉਛਲਦਾ ਹੈ ਕਿ ਮਾਨੋ ਸੌ ਸਾਗਰ ਵਿੱਚ ਤੂਫਾਨ ਆ ਗਿਆ। ਛੱਲਾਂ ਦਾ ਉਛਾਲਾ ਨਦੀ ਦੇ ਵਿੱਚ ਹੀ ਨਹੀਂ, ਕਿਨਾਰੇ 'ਤੇ ਮਾਨੋ ਫਾਗ ਮਚੋਰੀ ਹੋਰੀ ਵਾਂਗੂ ਸਾਰੇ ਘਾਟ ਪਰ ਤਰਸੱਲ ਮਚ ਗਿਆ ਹੈ। ਸਭ ਕਰਮਕਾਂਡੀ ਬ੍ਰਾਹਮਣ ਭੱਜੇ ਜਾ ਰਹੇ ਨੇ। ਗੋਬਿੰਦ ਦੀ ਸਾਦਤ ਦੇ ਮੂੰਹੋਂ ਆ ਰਹੀ ਹੈ। ਪਲੋ ਪਲੀ ਵਿੱਚ ਘਾਟ ਸਾਫ਼ ਹੋ ਗਿਆ। ਸਾਰੀ ਭੀੜ ਨੱਸ ਭੱਜ ਗਈ। ਘਾਟ ਨਿਰਜਣ ਹੋਣ ਦੀ ਦੇਰ ਸੀ ਕਿ ਛੱਲਾਂ ਬੰਦ ਹੋ ਗਈਆਂ, ਪਰ ਪਾਣੀ ਵਿੱਚੋਂ ਪੁਰੇ ਵੱਲੋਂ ਸੂਰਜ ਦੀ ਟਿੱਕੀ ਅਤੇ ਸ਼ਿਵਦੱਤ ਦੇ ਤਰਸਦੇ ਨੈਣਾਂ ਦੇ ਵਿਚਕਾਰ ਅਰਸ਼ਾਂ ਕੁਰਸਾਂ ਦੇ ਨੂਰ ਦੀ ਜੋਤ ਆ ਖਲੋਤੀ। ਪੰਡਤ ਜੀ ਚਫਾੜ ਦੰਡਵਤ ਵਿੱਚ ਪੈ ਗਏ ਅਤੇ ਮੋਹਣੀ ਮੂਰਤ ਜੋਤ ਨਿਰੰਜਨੀ ਦੇ ਪੈਰ ਦੇ ਪਿਆਰ ਭਰੇ ਠੁੱਡੇ ਨਾਲ ਸਿਰ ਨੂੰ ਸੋਗੇ ਕਿਹਾ, ਉੱਠੋ। ਚਰਨ ਛੋਏ ਕੇ ਸੁਖ ਸਾਗਰ ਛੋ ਗਿਆ। ਅਮੀਵੇਂ ਰਾਤ ਦੀ ਝਰਨਾਟ ਪੰਡਤ ਜੀ ਦੇ ਲੂੰ ਵਿੱਚੋਂ ਲੰਘ ਗਈ। ਉੱਠ ਕੇ ਗੋਡਿਆਂ ਭਾਰ ਅਦਬ ਨਾਲ ਹੋ ਕੇ ਬੈਠ ਗਏ। ਬਾਲਾ ਪ੍ਰੀਤਮ, ਮੇਰਾ ਬਾਲਾ ਪ੍ਰੀਤਮ ਦਾ ਜਾਪ ਜਪ ਰਹੇ ਨੇ। ਤੱਕਦੇ ਹਨ ਤਾਂ ਇੱਕ ਸਜਿੰਦ ਅਤੇ ਇੱਕ ਨਜਿੰਦ, ਦੋ ਸੂਰਜਾਂ ਦੇ ਝਲਕਾਰੇ ਵੱਜ ਕੇ ਨੈਣ ਮੁੰਦ ਜਾਂਦੇ ਹਨ। ਬਾਲਾ ਪ੍ਰੀਤਮ ਜੀ, ਪੰਡਤ ਜੀ ਦੇਖੋ, ਠਾਕੁਰ ਦੇ ਸਾਰੇ ਪ੍ਰੇਮੀ ਨੱਸ ਗਏ। ਸੂਰਜ ਦੇ ਉਪਾਸਕ 4 ਛਿੱਟ ਪਾਣੀ ਦਾ ਤਸੀਹਾ ਨਹੀਂ ਭੋਗ ਸਕੇ। ਬ੍ਰਹਮਚਾਰੀ ਸੰਧਿਆ ਤਰਪਣ ਵਿੱਚੋਂ ਤਿਆਗ ਕੇ ਉੱਠ ਭੱਜੇ।
ਜੋ ਧੋਤੀ ਸਾਫਾ ਨਾ ਭੇਜ ਜਾਏ। ਸਮਾਧੀਆਂ ਵਾਲੇ ਪਾਣੀ ਦੇ ਖੜਕਾੜੇ ਨਾਲ ਉਥਾਨ ਹੋ ਗਏ। ਧਰਮ ਦਾ ਪਿਆਰ ਕਿਸ ਨਿਮਾਣ ਵਿੱਚ ਜਾ ਵਸਿਆ। ਇਸ ਕਾਰਨ ਦੇਸ਼ ਦਾ ਕਲਿਆਣ ਨਹੀਂ ਹੋ ਰਿਹਾ। ਦੇਸ਼ ਮੁਰਦਾ ਹੋ ਗਿਆ ਹੈ। ਰਸਮ ਪ੍ਰਸਤੀ ਬਾਕੀ ਹੈ। ਬੁੱਤ ਹੈ ਪਰ ਜਿੰਦ ਨਹੀਂ ਹੈ। ਕਲਬੂਤ ਹੈ ਪਰ ਰੂਹ ਨਹੀਂ ਹੈ। ਦੇਹ ਹੈ ਪਰ ਭੌਰ ਨਹੀਂ ਹੈ। ਪੰਡਿਤ ਤਿਆਗ ਕਰ, ਪਰ ਜੋ ਤਿਆਗੇ ਉਹ ਨਦੀ ਵਿੱਚ ਨਾ ਸੁੱਟ, ਲੋੜਵੰਦ ਨੂੰ ਦੇ। ਚੋਗ ਕਰ, ਪਰ ਸੁੰਝ ਵਿੱਚ ਨਾ ਜੋੜ, ਸਾਈਂ ਨਾਲ ਜੋੜ। ਸੰਸਾਰ ਤੋਂ ਤਰੁੱਟ ਨਾ, ਪਰ ਉੱਚਾ ਹੋ ਕੇ ਅਪਕਾਰ ਕਰ। ਭਜਨ ਕਰ, ਪਰ ਗ੍ਰਸਥ ਨਾ ਛੋੜ। ਸਿਮਰਨ ਕਰ, ਪਰ ਕੰਮ ਨਾ ਛੱਡ। ਸਰੀਰ ਮਿਥਿਆ ਹੈ, ਇਹ ਜਾਣ ਕੇ ਆਲਸੀ ਨਾ ਹੋ, ਪਰ ਇਸ ਨੂੰ ਸਫਲ ਕਰ। ਆਤਮ ਸੱਤਿਆ ਹੈ, ਬਲ ਹੈ, ਸ਼ਕਤੀ ਹੈ, ਉਮਾ ਹੈ, ਰਸ ਹੈ, ਖੜਾਓ ਹੈ। ਜਿੱਥੇ ਉਹ ਹੈ ਉੱਥੇ ਸਾਈਂ ਹੈ। ਇਹ ਕਹਿੰਦੇ ਹੀ ਬਾਲਾ ਪ੍ਰੀਤਮ ਜੀ ਨੇ ਫੇਰ ਛਾਲ ਮਾਰੀ। ਮਗਰੋਂ 5-10 ਹੋਰ ਹਮਝੋਲੀਆਂ ਨੇ ਛਾਲ ਮਾਰੀ। ਔਰ ਮਲਕੜੇ ਤਰਦੇ ਹਨ। ਗੋਰਾ ਗੋਰਾ ਸਰੀਰ, ਪਿਆਰਾ ਪਿਆਰਾ ਸਰੀਰ, ਬਾਲਾ ਸਰੀਰ ਸਥਾਰ ਗੰਗਾ ਪਰ ਪਿਆ ਹੈ। ਗੰਗਾ ਦਾ ਵਹਾਓ ਮਲਕੜੇ ਪਰੇ ਨੂੰ ਲਿਜਾ ਰਿਹਾ ਹੈ। ਅਤੇ ਪੰਡਿਤ ਜੀ ਖੜੇ ਤੱਕ ਰਹੇ ਨੇ, ਸਿਰ ਨਵਾ ਰਹੇ ਨੇ, ਹੱਸ ਰਹੇ ਨੇ, ਰੋ ਰਹੇ ਨੇ, ਖੀਵੇ ਹੋ ਰਹੇ ਨੇ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ ਕਹਿ ਰਹੇ ਨੇ। ਕੁਝ ਚਿਰ ਬਾਅਦ ਬਾਲਾ ਪ੍ਰੀਤਮ ਜੀ ਦੂਰ ਨਿਕਲ ਗਏ ਅਤੇ ਨਜ਼ਰਾਂ ਤੋਂ ਓਹਲੇ ਹੋ ਗਏ। ਉਹ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਇਹ ਸੀ ਪਟਨੇ ਦੇ ਵਿੱਚ ਬਾਲਾ ਪ੍ਰੀਤਮ ਜੀ ਅਤੇ ਪੰਡਿਤ ਸ਼ਿਵਦੱਤ ਦੀ ਕਥਾ। ਲਿਖਾਰੀ ਨੇ ਇਸ ਦਾ ਰੰਗ ਕੁਦਰਤ ਦਾ ਇਸ ਤਰ੍ਹਾਂ ਬੰਨ੍ਹਿਆ ਹੈ ਜਿਸ ਤਰ੍ਹਾਂ ਉਹ ਆਪ ਇਸ ਦੇ ਵਿੱਚ ਬਿਰਾਜਮਾਨ ਹੋਵੇ। ਇਸ ਨੂੰ ਬੜੇ ਡੂੰਘੇ ਧਿਆਨ ਨਾਲ ਸਮਝਣ ਦੀ ਲੋੜ ਹੈ। ਕਈ ਮੇਰੇ ਵਰਗੇ ਥੋੜ੍ਹਾ ਥੋੜ੍ਹਾ ਸੁਣ ਕੇ ਹੀ ਅੱਕ ਜਾਂਦੇ ਨੇ, ਪਰ ਇਹਨੂੰ ਜਿੰਨਾ ਤੁਸੀਂ ਡੂੰਘੇ ਮਨ ਨਾਲ ਸਮਝੋਗੇ ਇਹ ਓਨਾ ਹੀ ਚੰਗਾ ਲੱਗੇਗਾ। ਅਤੇ ਆਪ ਦੇ ਨਾਲ ਇਸ ਤੋਂ ਅੱਗੇ ਵੀ ਬਾਲਾ ਪ੍ਰੀਤਮ ਦੇ ਚੋਜ ਜਿਹੜੇ ਹੋਣਗੇ ਉਹ ਆਪ ਨਾਲ ਸਾਂਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।